ਜਨੋ ਦੁਨੀਆ ਦੇ ਵਿੱਚ ਮਨੁੱਖ ਜਦੋਂ ਵੀ ਕਿਸੇ ਚੀਜ਼ ਦੇ ਮਗਰ ਚੱਲਦਾ ਹੈ, ਕਿਸੇ ਚੀਜ਼ ਦੀ ਪ੍ਰਾਪਤੀ ਕਰਨੀ ਸ਼ੁਰੂ ਕਰਦਾ ਹੈ, ਪ੍ਰਾਪਤੀ ਕਰਨ ਤੋਂ ਪਹਿਲਾਂ ਉਸ ਨੂੰ ਇਹ ਪਤਾ ਹੁੰਦਾ ਹੈ ਅਗਰ ਇਹ ਚੀਜ਼ ਮੈਨੂੰ ਮਿਲ ਜਾਏ, ਇਸ ਚੀਜ਼ ਦੇ ਨਾਲ ਮੇਰੀ ਜ਼ਿੰਦਗੀ ਵਿੱਚ ਕਿਹੜੇ ਕਿਹੜੇ ਬਦਲਾਅ ਆਉਣਗੇ ਜਾਂ ਕਿਹੜੇ ਕਿਹੜੇ ਫਾਇਦੇ ਮੈਨੂੰ ਪਹੁੰਚਣਗੇ। ਉਹ ਫਾਇਦਾ ਸਰੀਰਕ ਵੀ ਹੋ ਸਕਦਾ ਹੈ, ਉਹ ਫਾਇਦਾ ਸਮਾਜਿਕ ਵੀ ਹੋ ਸਕਦਾ ਹੈ, ਉਹ ਲਾਭ ਧਾਰਮਿਕ ਵੀ ਹੋ ਸਕਦਾ ਹੈ। ਇਸ ਕਰਕੇ ਜਦੋਂ ਮਨੁੱਖ ਪਰਮਾਤਮਾ ਨਾਲ ਜੁੜਨ ਦੀ ਕੋਸ਼ਿਸ਼ ਕਰੇ, ਉਸ ਦੇ ਅੰਦਰ ਉਹਨੂੰ ਮਿਲਣ ਦੀ ਤਾਂਘ ਪੈਦਾ ਕਰਨ ਦੇ ਲਈ ਉਸ ਨੂੰ ਇਹ ਦੱਸਣਾ ਪੈਂਦਾ ਹੈ ਅਗਰ ਪਰਮਾਤਮਾ ਤੈਨੂੰ ਮਿਲੇਗਾ, ਅਗਰ ਪਰਮਾਤਮਾ ਦਾ ਜਪ ਕਰਦਾ ਹੈ ਤੇ ਫਿਰ ਕਿਹੜੀਆਂ ਕਿਹੜੀਆਂ ਚੀਜ਼ਾਂ ਮਿਲ ਸਕਦੀਆਂ ਨੇ। ਜਾਂ ਜਿਹੜੀ ਪਰਮ ਸ਼ਕਤੀ ਹੈ ਹਰੇਕ ਦੇ ਅੰਦਰ ਹੀ ਹੈ, ਰੁੱਖ ਦੇ ਅੰਦਰ ਹੈ, ਜੀਵ ਜੰਤੂਆਂ ਦੇ ਅੰਦਰ ਹੈ, ਹਰੇਕ ਥਾਂ 'ਤੇ ਹੀ ਉਹਦਾ ਸੰਚਾਰ ਹੈ। ਉਹ ਜਿਹੜੀ ਸ਼ਕਤੀ ਹੈ ਅਗਰ ਉਸ ਦੀ ਪ੍ਰਾਪਤੀ ਹੁੰਦੀ ਹੈ ਤੇ ਫਿਰ ਮਨੁੱਖ ਨੂੰ ਕੀ ਕੀ ਮਿਲਦਾ ਹੈ। ਸਤਿਗੁਰੂ ਜੀ ਮਹਾਰਾਜ ਜਪਜੀ ਸਾਹਿਬ ਦੀ ਬਾਣੀ 'ਚ ਕਹਿੰਦੇ ਨੇ, ਪਹਿਲੀ ਗੱਲ ਤੇ ਇਹ ਉਹ ਜਿਹੜੀ ਪਰਮ ਸੱਤਾ ਹੈ ਹਰੇਕ ਦੇ ਅੰਦਰ ਹੈ, ਉਹ ਕਿਹੜੇ ਕਿਹੜੇ ਕੰਮ ਕਰਦੀ ਹੈ। ਜਿਵੇਂ ਪੀਰ ਦਸਤਗੀਰ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਇਹ ਪੁੱਛਿਆ ਸੀ, ਔਰ ਇਹ ਸਵਾਲ ਹਰੇਕ ਮਨੁੱਖ ਦੇ ਅੰਦਰ ਹੀ ਪੈਦਾ ਹੁੰਦਾ ਹੈ ਜਾਂ ਫਿਰ ਹੋਣਾ ਵੀ ਚਾਹੀਦਾ ਹੈ, ਕਿਉਂਕਿ ਪਰਮਾਤਮਾ ਅਦ੍ਰਿਸ਼ਯ ਸ਼ਕਤੀ ਹੈ। ਉਹਦਾ ਨਾ ਅਸੀਂ ਕਦੇ ਰੂਪ ਵੇਖਿਆ, ਨਾ ਉਹਦਾ ਰੰਗ ਵੇਖਿਆ, ਨਾ ਉਸ ਦੀ ਕਦੇ ਸ਼ਕਲ ਵੇਖੀ ਹੈ। ਸਿਰਫ ਵਿਸ਼ਵਾਸ ਕਰਕੇ ਤੁਰ ਪੈਣਾ ਪੈਂਦਾ ਹੈ, ਔਰ ਵਿਸ਼ਵਾਸ ਕਿਤੇ ਕੀਤਾ ਜਾਂਦਾ ਹੈ ਗੁਰੂ 'ਤੇ, ਸੰਗਤ ਦਿਆਂ ਪ੍ਰਵਚਨਾਂ 'ਤੇ ਵਿਸ਼ਵਾਸ ਕਰਕੇ ਤੁਰਨਾ ਹੁੰਦਾ ਹੈ ਬਸ। ਇਸ ਕਰਕੇ ਸਤਿਪੁਰਸ਼ਾਂ ਨੇ ਪਰਮਾਤਮਾ ਦੇ ਕੁਝ ਗੁਣਾਂ ਦਾ ਵੀ ਜ਼ਿਕਰ ਕੀਤਾ ਹੈ। ਉਹ ਕੀ ਕੀ ਕਰਦਾ ਹੈ? ਵੈਸੇ ਤੇ ਉਹ ਸਾਰਾ ਕੁਝ ਹੀ ਕਰ ਸਕਦਾ ਹੈ। ਮੈਂ ਇੱਕ ਦੋ ਗੁਣਾਂ ਦੀ ਗੱਲ ਆਪ ਜੀ ਨਾਲ ਜ਼ਰੂਰ ਕਰਾਂਗਾ, ਜਿਸ ਦੇ ਨਾਲ ਸਾਡੇ ਅੰਦਰ ਇੱਕ ਚਾਅ ਪੈਦਾ ਹੋਏ ਵੀ ਹਾਂ ਜਿਹੜੀ ਸ਼ਕਤੀ ਨੂੰ ਅਸੀਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਸ ਦੇ ਲਈ ਅਸੀਂ ਚੱਲ ਰਹੇ ਹਾਂ, ਉਸ ਤੋਂ ਕੀ ਕੀ ਮਿਲ ਸਕਦਾ ਹੈ। ਮਹਾਰਾਜ ਕਹਿੰਦੇ ਪਹਿਲੀ ਗੱਲ, ਨਾਨਕ ਨਿਰਗੁਣ ਗੁਣ ਕਰੇ। ਜਿਨ੍ਹਾਂ ਦੇ ਕੋਲ ਕੋਈ ਵੀ ਗੁਣ ਨਹੀਂ, ਕੋਈ ਵੀ ਗੁਣ ਨਹੀਂ, ਦਇਆ ਨਹੀਂ, ਧਰਮ ਨਹੀਂ, ਸੰਤੋਖ ਨਹੀਂ, ਜਪ ਨਹੀਂ, ਤਪ ਨਹੀਂ, ਸੰਜਮ ਨਹੀਂ, ਇਹ ਸਾਰੇ ਗੁਣ ਨੇ। ਦਇਆ ਨਹੀਂ, ਖਿਮਾ ਨਹੀਂ, ਜਿਸ ਦੇ ਅੰਦਰ ਇਹ ਗੁਣ ਨਹੀਂ ਹੁੰਦੇ, ਅਗਰ ਉਹ ਪਰਮੇਸ਼ਰ ਦੀ ਆਰਾਧਨਾ ਕਰਦੇ ਨੇ, ਪਰਮੇਸ਼ਰ ਦੀ ਬੰਦਗੀ ਕਰਦੇ ਹਨ, ਉਹ ਉਹਨਾਂ ਵਿਅਕਤੀਆਂ ਨੂੰ ਗੁਣਵਾਨ ਕਰ ਦਿੰਦਾ ਹੈ। ਜਿਸ ਦੇ ਅੰਦਰ ਕੋਈ ਗੁਣ ਨਹੀਂ ਹੈ ਉਹਨੂੰ ਗੁਣਵਾਨ ਕਰ ਦਿੰਦਾ ਹੈ। ਨਾਨਕ ਜਪਜੀ ਸਾਹਿਬ ਦੀ ਬਾਣੀ 'ਚ ਮਹਾਰਾਜ ਕਹਿੰਦੇ, ਨਾਨਕ ਨਿਰਗੁਣ, ਜਿਸ ਵਿੱਚ ਕੋਈ ਵੀ ਗੁਣ ਨਹੀਂ, ਨਿਰਗੁਣ ਗੁਣ ਕਰੇ, ਉਹਨੂੰ ਗੁਣਵਾਨ ਕਰ ਦਿੰਦਾ ਹੈ। ਤੇ ਜਿਸ ਦੇ ਕੋਲ ਆਲਰੇਡੀ ਗੁਣ ਹੈਗੇ ਨੇ, ਪਹਿਲਾਂ ਹੀ ਹੈਗੇ ਨੇ, ਗੁਣਵੰਤਿਆਂ ਗੁਣ ਦੇ, ਜਿਨ੍ਹਾਂ ਦੇ ਕੋਲ ਪਹਿਲਾਂ ਹੀ ਹੈਗੇ ਨੇ ਉਹਨਾਂ ਨੂੰ ਹੋਰ ਦਿੰਦਾ ਹੈ। ਮੈਂ ਇੱਕ ਹੋਰ ਗੱਲ ਗੁਰਬਾਣੀ ਵਿੱਚੋਂ ਹੀ, ਦੂਜਾ ਉਹ ਕੀ ਕਰਦਾ ਹੈ, ਮਹਾਰਾਜ ਬਾਣੀ ਵਿੱਚ ਕਹਿੰਦੇ ਨੇ, ਦੀਨ ਦਰਦ ਨਿਵਾਰ ਠਾਕੁਰ। ਜਿਹੜੇ ਨਿਮਰਤਾ ਦੇ ਨਾਲ ਪ੍ਰਾਰਥਨਾ ਕਰਦੇ ਨੇ ਉਸ ਦੇ ਅੱਗੇ
ਹੁਣ ਆਪ ਜੀ ਕਹੋਗੇ ਉਹ ਤੇ ਅਸੀਂ ਵੇਖਿਆ ਨਹੀਂ, ਉਹਦੇ ਅੱਗੇ ਪ੍ਰਾਰਥਨਾ ਕਿਵੇਂ ਕਰੀਏ? ਵੇਖਿਆ ਤੇ ਕਦੇ ਵੀ ਨਹੀਂ। ਅਸੀਂ ਇੱਕ ਸ਼ਬਦ ਵਰਤਦੇ ਹਾਂ ਗੁਰਬਾਣੀ ਵਿੱਚ, ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਕੰਠ ਦਾ ਮਤਲਬ ਗਲ ਨਾਲ ਲਾ ਲੈਂਦਾ ਹੈ। ਇਹ ਬਿਰਧ ਸੁਆਮੀ ਸੰਦਾ, ਜੋ ਸ਼ਰਨ ਵਿੱਚ ਆਉਂਦਾ ਹੈ ਪਰਮਾਤਮਾ ਨੂੰ ਆਪਣੇ ਗਲ ਨਾਲ ਲਾ ਲੈਂਦਾ ਹੈ। ਫਿਰ ਇੱਥੇ ਇੱਕ ਸਵਾਲ ਪੈਦਾ ਹੋਏਗਾ ਕਿ ਮੇਰਾ ਸਰੀਰ ਸ਼ਰਨ ਵਿੱਚ ਜਾਏਗਾ? ਗਲ ਨਾਲ ਤੇ ਸਰੀਰ ਹੀ ਲੱਗੇਗਾ। ਕਈ ਵਾਰੀ ਕਈ ਸ਼ਬਦ ਨੇ ਨਾ ਜਿਹੜੇ ਉਹ ਰੂਪਕਤਾ ਦੇ ਤੌਰ 'ਤੇ ਜਾਂ ਐਗਜ਼ਾਮਪਲ ਦੇ ਤੌਰ 'ਤੇ ਵਰਤੇ ਜਾਂਦੇ ਨੇ। ਜਿਵੇਂ ਅਸੀਂ ਕਈਆਂ ਨੂੰ ਕਹਿ ਦਿੰਦੇ ਹਾਂ ਤੂੰ ਤੇ ਹੀਰੇ ਵਰਗਾ ਹੈ। ਹੁਣ ਅਸਲ 'ਚ ਉਹ ਹੀਰਾ ਥੋੜ੍ਹੀ ਨਾ ਹੁੰਦਾ। ਅਸੀਂ ਕਹਿੰਦੇ ਇਹ ਤੇ ਗੁਲਾਬ ਵਰਗਾ ਹੈ। ਉਹ ਗੁਲਾਬ ਥੋੜ੍ਹੀ ਨਾ ਹੈ। ਗੁਲਾਬ ਦੇ ਨਾਲ, ਕਿਉਂਕਿ ਉਸ ਦਾ ਸੁਭਾਅ ਐਸਾ ਹੈ, ਉਸ ਦੀ ਬੋਲਾਂ 'ਚੋਂ ਮਿਠਾਸ ਇੰਨੀ ਹੈ, ਉਹਨੂੰ ਗੁਲਾਬ ਕਹਿਣ ਲੱਗਿਆਂ ਵੀ ਘੱਟ ਹੁੰਦਾ। ਇਹ ਤੇ ਗੁਲਾਬ ਵਰਗਾ ਹੈ। ਇੱਕ ਵਿਅਕਤੀ ਦੀਆਂ ਗੱਲਾਂ ਇੰਨੀ ਕੀਮਤੀਆਂ ਹੁੰਦੀਆਂ ਨੇ, ਉਸ ਨੂੰ ਕਹਿ ਦਿੱਤਾ ਜਾਂਦਾ ਹੈ ਇਹ ਤੇ ਹੀਰੇ ਵਰਗਾ ਹੈ, ਅਨਮੋਲ ਹੈ, ਕੋਈ ਮੁੱਲ ਨਹੀਂ ਇਹਦਾ। ਫਿਰ ਮਹਾਰਾਜ ਕਹਿੰਦੇ ਨੇ ਦੀਨ ਦਰਦ ਨਿਵਾਰ ਠਾਕੁਰ, ਜਾਂ ਜੋ ਸ਼ਰਨ ਆਵੇ ਤਿਸ ਕੰਠ ਲਾਵੇ। ਜੋ ਵਿਅਕਤੀ ਆਪਣੇ ਹੰਕਾਰ ਨੂੰ ਖਤਮ ਕਰ ਲੈਂਦਾ ਹੈ। ਔਰ ਮੈਂ ਇੱਕ ਬੇਨਤੀ ਕਰਦਾ, ਜਦੋਂ ਤਾਈਂ ਇਹ ਖਤਮ ਨਹੀਂ ਨਾ ਹੋਏਗਾ ਉਦੋਂ ਤਾਈਂ ਪਰਮਾਤਮਾ ਦੀ ਸ਼ਰਨ ਵਿੱਚ ਨਹੀਂ ਮਨੁੱਖ ਜਾਂਦਾ। ਆਪਣੀ ਸ਼ਰਨ ਵਿੱਚ ਰਹਿੰਦਾ ਹੈ, ਆਪਣੇ ਮਨ ਦੀ ਸ਼ਰਨ ਵਿੱਚ ਰਹਿੰਦਾ ਹੈ। ਔਰ ਮਨੁੱਖ ਨੂੰ ਸਭ ਤੋਂ ਜ਼ਿਆਦਾ ਭਰੋਸਾ ਆਪਣੇ ਮਨ 'ਤੇ ਹੈ, ਆਪਣਿਆਂ ਵਿਚਾਰਾਂ 'ਤੇ ਹੈ, ਆਪਣੀ ਬੁੱਧੀ 'ਤੇ ਹੈ ਸਭ ਤੋਂ ਜ਼ਿਆਦਾ। ਇਸ ਨੂੰ ਪਰਮਾਤਮਾ 'ਤੇ ਵੀ ਵਿਸ਼ਵਾਸ ਘੱਟ ਹੈ, ਆਪਣੀ ਬੁੱਧੀ 'ਤੇ ਵਿਸ਼ਵਾਸ ਜ਼ਿਆਦਾ ਹੈ। ਜਦੋਂ ਤਾਈਂ ਇਹ ਆਪਣੀ ਬੁੱਧੀ ਦੇ ਜਿਹੜਾ ਹੰਕਾਰ ਹੈ ਬੁੱਧੀ, ਕਿਉਂਕਿ ਜੋ ਵੀ ਅਸੀਂ ਕਰਦੇ ਹਾਂ ਦਿਮਾਗ ਦੇ ਦੁਆਰਾ, ਈਵਨ ਕਿ ਜਪ ਵੀ ਕਰ ਲਿਆ ਨਾ, ਜਪ ਦਾ ਵੀ ਹੰਕਾਰ ਹੋ ਜਾਂਦਾ ਹੈ। ਗਿਆਨ ਪੜ੍ਹਿਆ, ਗਿਆਨ ਦਾ ਹੰਕਾਰ ਹੋ ਗਿਆ। ਸੰਗਤ ਕੀਤੀ, ਸੰਗਤ ਦਾ ਹੰਕਾਰ ਹੋ ਗਿਆ। ਬੜਾ ਸੂਖਸ਼ਮ ਬਿਰਤੀ ਹੈ ਧਰਮ ਦੇ ਮਾਰਗ 'ਤੇ ਤੁਰਨਾ। ਮਹਾਰਾਜ ਕਹਿੰਦੇ ਜੋ ਉਹਦੀ ਸ਼ਰਨ ਵਿੱਚ ਆਉਂਦਾ ਹੈ ਪਰਮਾਤਮਾ ਉਸ ਨੂੰ ਗਲ ਨਾਲ ਲਾ ਲੈਂਦਾ ਹੈ। ਹੁਣ ਉਹਦੀ ਸ਼ਰਨ ਵਿੱਚ ਕਿੱਥੇ ਜਾਈਏ? ਕਿੱਥੇ ਉਹ ਬੈਠਾ ਹੈ? ਬੈਠਾ ਤਾਂ ਕਿਤੇ ਹੈ ਹੀ ਨਹੀਂ। ਫਿਰ ਉਸ ਦੀ ਸ਼ਰਨ ਵਿੱਚ ਸਰੀਰ ਨਹੀਂ ਜਾਏਗਾ। ਇੱਥੋਂ ਇਹ ਗੱਲ ਕਲੀਅਰ ਹੋ ਜਾਂਦੀ ਹੈ। ਉਸ ਦੀ ਸ਼ਰਨ ਵਿੱਚ ਜਾਣਾ ਮਨ ਨੇ, ਸਰੀਰ ਨਹੀਂ ਜਾ ਸਕਦਾ ਉਹਦੀ ਸ਼ਰਨ ਵਿੱਚ। ਔਰ ਜਿਹੜਾ ਮਨ ਵੀ ਹੈ, ਮਨ ਸ਼ਰਨ ਵਿੱਚ ਜਾਏਗਾ, ਸਰੀਰ ਆਪਣੇ ਆਪ ਹੀ ਝੁਕ ਪੈਂਦਾ ਹੈ। ਮਨ ਆਪਾਂ ਸੰਗਤ ਵਿੱਚ ਆਉਂਦੇ ਹਾਂ, ਸਰੀਰ ਨਹੀਂ ਸਾਨੂੰ ਲੈ, ਸਰੀਰ ਤੇ ਇੱਕ ਸਾਧਨ ਹੈ, ਲੈ ਕੇ ਮਨ ਆਇਆ। ਜੇ ਮਨ ਹੁਣੇ ਕਹਿ ਦੇ ਨਾ ਚੱਲ ਬਾਹਰ, ਸਰੀਰ ਬੈਠਾ ਨਹੀਂ ਰਹੇਗਾ। ਇੱਥੇ ਮਨ ਨੇ ਕਹਿਣਾ ਅੰਦਰੋਂ ਚੱਲ ਬਾਹਰ, ਨਾਲ ਹੀ ਚੱਲ ਪਏਗਾ। ਸਰੀਰ ਲੈ ਕੇ ਆਇਆ ਇੱਥੇ, ਕਿਹਾ ਇਹਨੂੰ ਮਨ ਨੇ ਹੈ, ਇੱਥੇ ਲੈ ਕੇ ਆ ਗਿਆ। ਹੁਣ ਮਹਾਰਾਜ ਕਹਿੰਦੇ ਪਰਮਾਤਮਾ ਕੀ ਕਰਦਾ ਹੈ? ਇੱਕ ਤੇ ਜਿਨ੍ਹਾਂ ਕੋਲ ਕੋਈ ਵੀ ਗੁਣ ਨਹੀਂ ਹੈਗਾ, ਜਦੋਂ ਪਰਮਾਤਮਾ ਦੀ ਆਰਾਧਨਾ ਅਤੇ ਸਿਮਰਨ ਕਰਦੇ ਹਨ, ਜੋ ਚੇਤਨ ਸ਼ਕਤੀ ਹੈ, ਅਸੀਂ ਉਹਨੂੰ ਡਰਾਈਵਿੰਗ ਫੋਰਸ 'ਤੇ ਕਹਿੰਦੇ ਹਾਂ, ਚਲਾਉਣ ਵਾਲੀ ਸ਼ਕਤੀ। ਇਸ ਨੂੰ ਸਾਇੰਸ ਵੀ ਕਹਿੰਦੀ ਹੈ ਡਰਾਈਵਿੰਗ ਫੋਰਸ। ਪਰ ਉਹਨਾਂ ਦੇ ਅਤੇ ਸਾਡੇ ਪਰਮਾਤਮਾ 'ਚ ਇੱਕ ਫਰਕ ਹੈ। ਉਹ ਕਹਿੰਦੇ ਚੇਤਨ ਸ਼ਕਤੀ ਚਲਾਉਂਦੀ ਤਾਂ ਹੈ ਪਰਮਾਤਮਾ ਨੂੰ, ਪਰ ਉਹਦੇ ਵਿੱਚ ਇਮੋਸ਼ਨ ਕੋਈ ਨਹੀਂ ਹੈਗਾ। ਉਹ ਇਹ ਮੰਨਦੇ ਨੇ, ਤਾਂ ਹੀ ਉਹਨਾਂ ਨੂੰ ਨਾਸਤਿਕ ਕਿਹਾ ਜਾਂਦਾ ਹੈ। ਹਰੇਕ ਸਾਇੰਸਦਾਨ ਨੇ ਇਹ ਤਾਂ ਜ਼ਰੂਰ ਮੰਨਿਆ ਦੁਨੀਆ ਨੂੰ ਚਲਾਉਣ ਵਾਲਾ ਕੋਈ ਨਿਯਮ ਨੇ, ਕਾਨੂੰਨ ਨੇ, ਪਰ ਉਹ ਇਹ ਨਹੀਂ ਮੰਨਦੇ ਉਹ ਜਿਹੜਾ ਚਲਾਉਣ ਵਾਲਾ ਹੈ ਉਹ ਸੁਣਦਾ ਵੀ ਹੈ, ਉਹ ਭਾਵਨਾਵਾਂ ਵੀ ਜਾਣਦਾ, ਇਹ ਨਹੀਂ ਉਹ ਮੰਨਦੇ। ਪਰ ਸਤਿਪੁਰਸ਼ ਕਹਿੰਦੇ ਨੇ ਨਹੀਂ, ਜਦੋਂ ਮਨੁੱਖ ਹਿਰਦੇ ਦੇ ਦੁਆਰਾ ਉਸ ਦੇ ਅੱਗੇ ਅਰਦਾਸ ਕਰਦਾ ਹੈ, ਉਹ ਨਿਰਗੁਣਿਆਂ ਨੂੰ ਗੁਣਵਾਨ ਕਰ ਦਿੰਦਾ ਹੈ। ਮਹਾਰਾਜ ਬਾਣੀ ਵਿੱਚ ਹੀ ਕਹਿੰਦੇ ਨੇ ਭੈ ਹਰਨ ਹਰ ਅਨਾਥ ਕੇ ਨਾਥ। ਮਹਾਰਾਜ ਕਹਿੰਦੇ ਉੱਤੇ ਡਰ ਵੀ ਦੂਰ ਕਰ ਦਿੰਦਾ ਹੈ।
ਉਹ ਪਰਮਾਤਮਾ ਅਨਾਥਾਂ ਦਾ ਅਨਾਥ ਹੈ। ਔਰ ਮਹਾਰਾਜ ਹੋਰ ਵੀ ਬਾਣੀ ਵਿੱਚ ਅੱਗੇ ਕੀ ਬਿਆਨ ਕਰਦੇ ਨੇ, ਕਹਿੰਦੇ ਨੇ ਪਰਮਾਤਮਾ ਜਿਹੜੇ ਜੀਵਾਂ ਨੂੰ ਰੋਟੀ ਨਹੀਂ ਮਿਲਦੀ ਉਹਨਾਂ ਨੂੰ ਰੋਟੀ ਦਿੰਦਾ ਹੈ, ਪ੍ਰਤੀਪਾਲਣਾ ਕਰਦਾ ਹੈ ਸਾਰਿਆਂ ਦੀ। ਇਹ ਸਾਰੇ ਦੇ ਸਾਰੇ ਗੁਣ ਨੇ ਉਹਦੇ। ਹੁਣ ਆਪ ਜੀ ਕਹੋਗੇ ਗੁਣ ਤੇ ਪਤਾ ਲੱਗ ਗਏ ਨੇ, ਇਹਨਾਂ ਗੁਣਾਂ ਤੇ ਵਿਸ਼ਵਾਸ ਕਿਵੇਂ ਆਏਗਾ? ਹੁਣ ਬਸ ਇਹ ਜਿਹੜੀ ਗੱਲ ਹੈ ਇੱਥੋਂ ਸਾਧਨਾ ਸ਼ੁਰੂ ਹੋਏਗੀ। ਪਤਾ ਤੇ ਲੱਗ ਗਿਆ, ਜਿਵੇਂ ਇੱਕ ਬੱਚੇ ਨੂੰ ਪਤਾ ਹੁੰਦਾ ਹੈ ਅਗਰ ਮੈਂ IIT ਦਾ ਟੈਸਟ ਕਲੀਅਰ ਕਰ ਲਵਾਂ ਤੇ ਮੇਰੀ ਜ਼ਿੰਦਗੀ ਦਾ ਭਵਿੱਖ ਕੈਸਾ ਹੋਏਗਾ, ਹਰੇਕ ਬੱਚੇ ਨੂੰ ਪਤਾ ਹੈ। ਅਗਰ ਮੈਂ ਡਾਕਟਰੀ ਦਾ ਟੈਸਟ ਦੇ ਦੇਣਾ ਤੇ ਮੇਰੀ ਜ਼ਿੰਦਗੀ ਦਾ ਭਵਿੱਖ ਕੀ ਹੋਏਗਾ, ਹਰੇਕ ਨੂੰ ਪਤਾ ਹੈ। ਉਹਦੇ ਰਿਜ਼ਲਟ ਕੀ ਨਿਕਲਣਗੇ ਇਹ ਸੁਣਿਆ, ਭਾਵੇਂ ਉਹਨੇ ਅਨੁਭਵ ਨਹੀਂ ਕੀਤਾ। ਅਨੁਭਵ ਤੇ ਉਦੋਂ ਕਰੇਗਾ ਜਦੋਂ ਪਹੁੰਚ ਜਾਏਗਾ ਉੱਥੇ। ਇਸ ਕਰਕੇ ਸਾਨੂੰ ਸਾਰਿਆਂ ਨੂੰ ਪਤਾ ਹੈ ਪਰਮਾਤਮਾ ਸਭ ਕੁਝ ਕਰਦਾ ਹੈ। ਉਹ ਨਿਰਗੁਣਿਆਂ ਨੂੰ ਗੁਣਵਾਨ ਕਰ ਦਿੰਦਾ ਹੈ, ਜਿਨ੍ਹਾਂ ਕੋਲ ਰਿਜ਼ਕ ਨਹੀਂ ਹੈਗਾ ਉਹਨਾਂ ਨੂੰ ਰਿਜ਼ਕ ਦਿੰਦਾ ਹੈ, ਦਿਨਾਂ ਦੇ ਦਰਦ ਦੂਰ ਕਰ ਦਿੰਦਾ ਹੈ। ਪਰ ਹੁਣ ਚੱਲਣਾ ਪਏਗਾ। ਜਿਵੇਂ ਮੈਂ ਇੱਕ ਗੱਲ ਹੋਰ ਗੁਰੂ ਨਾਨਕ ਸਾਹਿਬ ਦੇ ਵਿੱਚ ਐਡ ਕਰਕੇ ਫਿਰ ਇਸ ਚੱਲਣ ਵਾਲੀ ਗੱਲ 'ਤੇ ਆਉਂਦੇ ਹਾਂ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਦਸਤਗੀਰ ਇਹ ਪੁੱਛਦਾ ਹੈ, ਪਰਮਾਤਮਾ ਕੁਝ ਕਰਦਾ ਵੀ ਹੈ ਕਿ ਵਿਹਲਾ ਹੀ ਬੈਠਾ ਹੈ? ਮਹਾਰਾਜ ਕਹਿੰਦੇ ਪਰਮਾਤਮਾ ਵਿਹਲਾ ਨਹੀਂ ਬੈਠਾ, ਉਹ ਬੜਾ ਕੁਝ ਕਰਦਾ ਹੈ। ਇਹ ਕੀ ਕਰਦਾ ਹੈ? ਸਤਿਗੁਰੂ ਜੀ ਕਹਿੰਦੇ ਵੀ ਇਹਦਾ ਜਵਾਬ ਲੈਣ ਦੇ ਲਈ ਤੁਸੀਂ ਕੁਰਸੀ 'ਤੇ ਬੈਠੇ ਹੋ, ਮੈਂ ਥੱਲੇ ਖੜਾ, ਤੁਹਾਨੂੰ ਥੱਲੇ ਆਉਣਾ ਪਏਗਾ। ਉਹ ਕੁਰਸੀ ਤੋਂ ਆਪਣੇ ਤਖਤ ਤੋਂ ਥੱਲੇ ਉਤਰਿਆ, ਥੱਲੇ ਆ ਗਿਆ। ਗੁਰੂ ਨਾਨਕ ਸਾਹਿਬ ਉਹਦੀ ਚੇਅਰ 'ਤੇ, ਉਹ ਥੜੇ ਦੇ ਉੱਤੇ ਬਹਿ ਗਏ ਜਿੱਥੇ ਉਹ ਬੈਠਾ ਸੀ। ਮਹਾਰਾਜ ਕਹਿੰਦੇ ਪਤਾ ਲੱਗਿਆ ਪਰਮਾਤਮਾ ਕੀ ਕਰਦਾ? ਕਹਿੰਦੇ ਨਹੀਂ। ਕਹਿੰਦੇ ਕਮਾਲ ਹੋ ਗਈ। ਕਹਿੰਦੇ ਪਰਮਾਤਮਾ ਉਹ ਕਰਦਾ ਜੋ ਹੁਣੀ ਤੇਰੇ ਨਾਲ ਹੋਇਆ। ਕੀ ਕਰਦਾ? ਜਿਹੜੇ ਤਖਤਾਂ 'ਤੇ ਬੈਠੇ ਨੇ ਉਹਨਾਂ ਨੂੰ ਥੱਲੇ ਲਾ